बगैर किसी छुट्टी के पूरा साल दिन रात मेहनत करके घर घर तक दूध पहुंचाने वाले एक गवाले की जिंदगी कैसी होती है। मिलिए 35 गाय भैंसों के मालिक खालिद हुसैन से, जो कई सालों से गवाले का काम कर रहे हैं। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। गवाले की सोशल लाइफ हम आपको दिखा रहे हैं और हमारे साथ मौजूद हैं खालिद हुसैन साहब, जो कि दर्जनों गायें और भैंसों के मालिक हैं और बड़ी सख्त मेहनत कर रहे हैं। आपको साथ साथ हम दिखा भी रहे हैं। खालिद साहब बताएं कि आपके दिन का आगाज़ कैसे होता है और कितने बजे होता है? सुबह उठते कैसे हैं, कितने बजे उठते हैं और क्या क्या शुरू कर देते हैं उठते साथ ही? सर जी सुबह तो उठीदा 3:30 बजे, अल्लाह का नाम लईदा, कलमा शरीफ पढ़ीदा है। उस तो बाद जनाब मेरी हੱਥ ਮੂੰਹ ਧੋ ਕੇ ਤੇ ਆਪਣਾ ਮਾਲ ਡੰਗਰ ਜਿਹੜਾ ਇਹਨੂੰ ਅੱਗੇ ਪਿੱਛੇ ਕਰਨਾ, ਜਿੱਥੇ ਰਾਤ ਦੀਆਂ ਬੱਜੀਆਂ ਨੇ ਉੱਥੋਂ ਖੋਲ ਕੇ ਦੂਸਰਿਆਂ ਕਿੱਲਿਆਂ ਤੇ ਕਰਨੀਆਂ ਨੇ। ਉਸ ਤੋਂ ਬਾਅਦ ਇਹਨਾਂ ਨੂੰ ਬੰਨ੍ਹ ਕੇ ਤੇ ਮੁੰਡਿਆਂ ਨੂੰ ਉਠਾਉਣਾ ਹੁੰਦਾ, ਠਾ ਠੂ ਕੇ ਇਹਨਾਂ ਦੇ ਵੰਡੇ 'ਚ ਪਾਣੀ ਪਾਉਣਾ ਹੁੰਦਾ। ਵੰਡੇ 'ਚ ਪਾਣੀ ਪਾ ਕੇ ਬਰਤਨ ਧੋਣੇ ਹੁੰਦੇ ਨੇ। ਬਰਤਨ ਵਗੈਰਾ ਧੋ ਕੇ ਜਨਾਬ ਮੇਰੇ ਨੂੰ ਸਾਰੀਆਂ ਇਹਦੀਆਂ ਦੀਆਂ ਥਾਵਾਂ ਤੇ ਸੈਟੋ ਸਫਾਈ ਕਰਕੇ ਉਸ ਤੋਂ बाद जनाब मेरी सारे इकट्ठे होके फिर उस तो बाद धारा कढ़नियाँ शुरू कर दी। दूध निकालने से पहले क्या करते हैं, मतलब इसके चारा पहले डालते हैं या चारा बाद में? नहीं चारा दुध चोण तो बाद। अच्छा, उस तो पहले ਜਿਹੜਾ ਉਸ ਤੋਂ ਪਹਿਲੇ ਇਹਨਾਂ ਨੂੰ ਸਿਰਫ ਵੰਡਾ ਪਾਈਦਾ ਹੈ, ਤੂੜੀ ਦੇ ਨਾਲ ਵੰਡਾ। ਠੀਕ ਹੋ ਗਿਆ। ਵੰਡਾ ਪਾ ਕੇ ਖੁਰਲੀਆਂ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਉੱਤੇ ਛੱਡ ਕੇ ਨਾਲੇ ਬੱਚੇ ਲਾ ਦਿੰਦੇ ਨੇ, ਨਾਲੇ ਚੋਈ ਜਾਈਦੀਆਂ ਨੇ। ਬੱਚਿਆਂ ਨੂੰ ਚੰਗਾ ਕੇ ਸਾਈਡ ਤੇ ਬੰਨ੍ਹ ਦਿੰਦਾ। ਉਸ ਤੋਂ ਬਾਅਦ ਇਹਨਾਂ ਨੂੰ ਵੇਖ ਕੇ ਅੱਗੇ ਪਿੱਛੇ ਕਰਨਾ ਹੈ। ਜਿਹੜੀ ਆ ਗਈ ਉਹਨੂੰ ਚੋ ਕੇ ਤੇ ਪਿੱਛੇ ਬੰਨੀ ਜਾਣਾ ਹੈ। ਠੀਕ ਹੋ ਗਿਆ। ਤੇ ਚੋਣ ਤੋਂ ਬਾਅਦ ਜਨਾਬ ਮੇਰੀ ਬਰਤਨਾਂ 'ਚ ਦੁੱਧ ਪੈ ਜਾਣਾ। ਉਸ ਤੋਂ ਬਾਅਦ ਮੁੰਡੇ 2 ਭੇਜ ਦੇਣੇ ਨੇ, ਉਹਨਾਂ ਨੇ ਚਾਰਾ ਲੈਣ ਚਲੇ ਜਾਣਾ ਹੈ। ਠੀਕ ਹੋ ਗਿਆ। ਉਹਨੇ ਚਾਰਾ ਲੈ ਕੇ ਆਣਾ, ਆਣ ਕੇ ਮੱਝਾਂ ਨੂੰ ਧੁੱਪੇ ਛਾਵੇਂ ਕਰਕੇ ਪਾਣੀ ਛਾਣੀ ਪਿਆ ਕੇ ਨੁਹਾ ਧੁਆ ਕੇ ਇਹਨਾਂ ਨੂੰ ਇੱਕ ਸਾਈਡ ਤੇ ਬੰਨ੍ਹ ਦੇਣਾ। ਉਸ ਤੋਂ ਬਾਅਦ ਟੋਕਾ ਚੱਲ ਜਾਣਾ ਪੱਠੇ ਕੁਤਰਨ ਵਾਲਾ। ਠੀਕ ਹੋ ਗਿਆ। ਪੱਠੇ ਪੁੱਠੇ ਕੁਤਰ ਕੇ ਉਸ ਤੋਂ ਬਾਅਦ ਫਿਰ ਵੰਡਾ ਲਿਆ ਕੇ ਭਿਉਂ ਦੇਣਾ। ਵੰਡਾ ਭਿਉਂ ਕੇ ਜਨਾਬ ਮੇਰੀ ਪੱਠੇ ਪੁੱਠੇ ਜਿਹੜੇ ਨੇ ਸਾਰੇ ਖੁਰਲੀਆਂ ਦੇ ਵਿੱਚ ਜਾਣੇ ਨੇ। ਉਸ ਤੋਂ ਬਾਅਦ ਪੱਠੇ ਥੋੜੇ ਖਵਾ ਕੇ ਫਿਰ ਇਹਨਾਂ ਨੂੰ ਤੂੜੀ ਦੇ ਵੰਡਾ ਪਾਣਾ ਹੈ। ਸਹੀ। ਇਹ ਦੱਸੋ ਕਿ ਤੁਹਾਡੇ ਕੋਲ ਕਿੰਨੀਆਂ ਭੈਂਸਾਂ ਤੇ ਕਿੰਨੀਆਂ ਤੁਹਾਡੇ ਕੋਲ ਗਾਏਂ ਹੈਗੀਆਂ ਨੇ, ਤੇ ਇਕੱਲੇ ਚਲਾ ਰਹੇ ਹੋ ਜਾਂ ਨਾਲ ਤੁਹਾਡੇ ਸਟਾਫ ਬੰਦੇ ਵੀ ਆਣੇ ਹੋਰ ਸਾਰੇ ਕੰਮ ਕਰਨ ਵਾਲੇ? ਅਲਹਮਦੁਲਿਲਾ ਕੋਈ 35 ਕੋ ਮੱਝਾਂ ਨੇ ਜਨਾਬ ਮੇਰੀ, ਤੇ 12-14 ਗਾਵਾਂ ਨੇ। ਠੀਕ ਹੋ ਗਿਆ। ਸੈਟਅਪ ਤੁਸੀਂ ਸਾਰਾ ਦੇਖਦੇ ਪਏ ਹੋ ਸਾਡਾ। ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਮੇਰੀ ਅਸੀਂ 4 ਬੰਦੇ ਆ। ਸਾਡੀ ਦਿਨ ਰਾਤ ਦੀ ਮਿਹਨਤ ਇਹ ਹੀ ਨੇ। ਮੈਂ ਘਰਾਂ ਦੇ ਵਿੱਚ ਦੁੱਧ ਡਿਲੀਵਰ ਕਰਨਾ ਵਾ, ਸਪਲਾਈ ਕਰਦਾ ਮੈਂ ਕਰਦਾ ਵਾ। ਠੀਕ ਹੋ ਗਿਆ। ਕੱਢਣਾ ਵੀ ਆਪ ਹੈ ਤੇ ਦੇ ਕੇ ਵੀ ਆਪ ਆਣਾ ਹੈ। ਠੀਕ ਹੋ ਗਿਆ। ਇਹ ਮੇਰਾ ਚਾਚੂ ਹੈ, ਇਹ 2 ਛੋਟੇ ਭਾਈ ਨੇ ਮੇਰੇ। ਜਨਾਬ ਮੇਰੀ ਇਹਨਾਂ ਦਾ ਕੰਮ ਹੈ ਵੰਡਾ ਪਾਣਾ, ਪੱਠੇ ਪਾਣੇ। ਸਾਰਾ ਦਿਨ ਸੁਬਾਹ 3:30 ਵਜੇ ਉੱਠਣਾ ਤੇ ਉਸ ਤੋਂ ਬਾਅਦ ਜਨਾਬ ਮੇਰੀ ਰਾਤੀ 11 ਵਜੇ ਤੋਂ ਬਾਅਦ ਮੰਜੀ ਤੇ ਪੈਣਾ ਜਾ ਕੇ। ਉਸ ਤੋਂ ਪਹਿਲੇ ਸਾਡੀ 400 ਚੱਲੇ। ਹਾਂ ਮੋਟੋ ਕੋਈ ਸੇਵਾ ਸੁਭਾ ਤੇਰੀ ਪੂਰੀ ਹੋਈ, ਕੋਈ ਕਸਰ ਤਾਂ ਨਹੀਂ ਰਹੀ। ਅਸੀਂ ਨਵਾ ਦਿੰਦੇ ਹਾਂ, ਤੁਹਾਡੀ ਵੀ ਮੈਲ ਸ਼ੈਲ ਲੈ ਆਈ ਹੈਗੀ ਹੈ। ਚਾਂਜਰਾਂ ਗਾਨੀਆਂ ਛਾਨੀਆਂ ਗੱਤ ਦਿੰਦੇ ਹਾਂ ਤੁਹਾਨੂੰ ਵੀ। ਆਓ ਤੁਸੀਂ, ਅੱਲਾ ਖੈਰ ਕਰਦਾ। ਨਾਲੋਂ ਨਾਲ ਅਸੀਂ ਆਪਣਾ ਕੰਮ ਵੀ ਕਰਦੇ ਹਾਂ ਤੇ ਨਾਲੋਂ ਨਾਲ ਜਨਾਬ ਤੁਸੀਂ ਵੀ ਆਪਣਾ ਕੰਮ ਕਰੋ। ਅੱਛਾ, ਬੜਾ ਟ੍ਰਿਕ ਹੈਗਾ ਦੁੱਧ ਕੱਢਣਾ। ਇਹ ਸਰ ਜਿਹੜਾ ਕੰਮ ਹੈ ਨਾ, ਇਹ ਕੰਮ ਸਰ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਠੀਕ ਹੈ। ਇਹਦੇ ਵਾਸਤੇ ਇੱਕ ਤੇ ਬੜੀ ਮਿਹਨਤ ਦਾ ਜ਼ਰੂਰਤ ਹੈ। ਉਸ ਤੋਂ ਬਾਅਦ ਇਸ ਕੰਮ ਵਾਸਤੇ ਪਾਕ ਸਾਫ ਹੋਣਾ ਸਭ ਤੋਂ ਵੱਡੀ ਅਹਿਮੀਅਤ ਹੈ। ਅੱਛਾ, ਪਾਕ ਸਾਫ ਵੀ ਹੋਣਾ। ਪਾਕ ਸਾਫ ਹੋਣਾ ਬੜਾ ਜ਼ਰੂਰੀ ਹੈ। ਨਾਪਾਕੀ ਦੀ ਹਾਲਤ ਦੇ ਵਿੱਚ ਇਹਨਾਂ ਨੂੰ ਹੱਥ ਲਾਣਾ ਵੀ ਬੜਾ ਸਖਤ ਗੁਨਾਹ ਹੈ। ਇਹ ਨੂਰ ਖੁਦਾ ਦਾ ਗੱਲ ਦੱਸੀ ਮੇਰੇ ਵਾਸਤੇ, ਨਵੀਂ ਗੱਲ ਹੈ। ਤਰੀਕੇਕਾਰ ਕੀ ਹੈ? ਸਭ ਤੋਂ ਪਹਿਲੇ ਤਰੀਕੇਕਾਰ ਇਹ ਵੀ ਜਨਾਬ ਮੇਰੀ ਆ ਦੇਖੋ ਤੁਸੀਂ, ਇਹ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਕਿ ਦੁੱਧ ਚੋ ਲੈਣਾ। ਇਹ ਲੱਤਾਂ ਬੰਨਣੀਆਂ ਪਹਿਲੇ ਕਹਿੰਦਾ। ਠੀਕ ਹੈ। ਇਹ ਲੱਤਾਂ ਬੰਨਣੀਆਂ ਨੇ, ਇਹ ਹੁੰਦੀ ਫਾਰਮੈਲਿਟੀ ਪੂਰੀ ਕਰਨ ਲਈ। ਬੰਦਾ ਥੱਲੇ ਬਹਿ ਕੇ ਧਿਆਨ ਹੋਰ ਪਾਸੇ ਹੋ ਜਾਏ, ਮੱਝ ਲੱਤ ਮਾਰੇ ਦੁੱਧ ਰੁੜਦਾ ਨਹੀਂ। ਆਹੋ, ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਮੇਰੀ ਇਹ ਵੇ ਕਿ ਸੌਖਾ ਕੰਮ ਕੋਈ ਵੀ ਨਹੀਂ ਹੈ। ਪਹਿਲੇ ਥਣ ਸਾਫ਼ ਵੀ ਕਰਦੇ ਹੋ ਪਾਣੀ ਦੇ ਨਾਲ? ਉਹ ਜਿਹੜਾ ਥਣਾਂ ਨੂੰ ਝਾੜ ਰਹੇ ਆ ਕਿ ਜਿਹੜੀ ਕੋਈ ਮਾੜੀ ਮੋਟੀ ਮਿੱਟੀ ਮੁੱਟੀ ਡਿੱਗ ਪਏ ਦੁੱਧ ਦੇ ਵਿੱਚ ਨਾ ਜਾਏ। ਉਸ ਤੋਂ ਬਾਅਦ ਦੁੱਧ ਅਸੀਂ ਛਾਣ ਕੇ ਦੇਣਾ ਲੋਕਾਂ ਨੂੰ, ਕਸਟਮਰਾਂ ਨੂੰ। ਮਤਲਬ ਸਾਫ਼ ਕਰਕੇ ਦੁੱਧ ਬਿਲਕੁਲ ਨਹੀਂ, ਸਮਝ ਲਓ ਜਿਵੇਂ ਫਿਲਟਰ ਹੋ ਕੇ ਆਇਆ ਦੁੱਧ। ਅੱਛਾ, ਵਾਹ। ਇਹ ਸਿਸਟਮ ਦਾ ਦੁੱਧ ਦੇਣਾ ਅਸੀਂ ਕਸਟਮਰਾਂ ਨੂੰ। ਇੱਧਰ ਆਓ ਸਾਹਮਣੇ, ਤੁਹਾਨੂੰ ਧਾਰਾਂ ਦੁਆਵਾਂ ਤੁਸੀਂ ਵੀ ਯਾਦ ਕਰੋਗੇ। ਇਹ ਪੂਰੀ ਫਾਰਮੈਲਿਟੀ ਬਣੀ ਹੈ ਜਨਾਬ। ਨਾਲ ਦੂਸਰਾ ਕੰਮ ਵੀ ਹੋ ਗਿਆ। ਉਹ ਦੋਵੇਂ ਕੰਮ ਇੱਕੋ ਛਾੜ 'ਚ ਹੋ ਗਏ। हाँ जी भट्ट साहब, पीता है खालिस दूध? तो नाज़रीन, ये खालिस जो दूध मैंने पिया है अभी गर्म है, हल्का हल्का गर्म होता है ये।
और अभी पता चला कि जब खालिश दूध निकलता है तो हल्का हल्का इसका गर्म होता है और टेस्ट भी डिफरेंट आ रहा है और ऐसे लग रहा है जैसे कुछ भी नहीं पिया, क्योंकि बहुत ही लाइट है। और क्योंकि आमतौर पे दूध पीते हैं तो सब लोग कहते हैं भारीपन हो रहा है, भारी लग रहा है, लेकिन कुछ नहीं, पानी की तरह, मतलब कुछ पता नहीं चला। ਇਹ ਦੁੱਧ ਪੀਣ ਦੀ ਕੋਸ਼ਿਸ਼ ਕਰਿਆ ਕਰੋ ਗਵਾਲਿਆਂ ਕੋਲੋਂ। ਇਹ ਬਹੁਤ ਸਿਹਤਮੰਦ ਹੁੰਦਾ ਹੈ। ਇਹ ਦੁੱਧ ਬੜਾ ਤਾਕਤਮੰਦ ਅਸੀਂ ਹੁੰਦਾ ਪਾਣੀ ਵਾਲਾ ਪੀਂਦੇ ਆ। ਉਹ ਸਰ ਫਿਰ ਤੁਸੀਂ ਹੁਣ ਪਤਾ ਨਹੀਂ ਲਾਹੌਰ 'ਚ ਰਹਿ ਗਏ ਜੇ, ਫਿਰ ਇਸ ਵਾਸਤੇ ਹੁਣ ਤੁਸੀਂ ਪੀਣਾ ਹੀ ਪਾਣੀ ਵਾਲਾ ਵਾ। अच्छा जी, बड़ा मजा आया जनाब दूध पी के, बहुत ज्यादा। पहली बारी खालिस दूध, ਉਹ ਵੀ ਡਾਇਰੈਕਟ ਤਾਰਾ ਮਾਰ ਕੇ ਕੱਢ ਧਾਰਾਂ। ਤੇ ਜਨਾਬ ਦੱਸੋ ਕਿ ਇਹ ਜਿਹੜਾ ਦੁੱਧ ਤੁਸੀਂ ਕੱਢਦੇ ਹੋ, ਇਹ ਤੁਹਾਡੀ ਇੱਕ ਮੱਝ, ਇੱਕ ਭੈਂਸ ਜਾਂ ਗਾਂ ਕਿੰਨਾ ਕੁ ਦੁੱਧ ਦੇ ਦਿੰਦੀ ਹੈ? ਇਹ ਜਨਾਬ ਇੱਕ ਮੱਝ ਜਿਹੜੀ ਹੈ ਨਾ, ਇਹ ਸਰਕਾਰ ਮੇਰੀ 6 ਕਿਲੋ ਦੁੱਧ ਦਿੰਦੀ ਹੈ, 7 ਕਿਲੋ ਇੱਕ ਟਾਈਮ ਦਾ। ਸਹੀ, ਠੀਕ ਹੋ ਗਿਆ। 2 ਟਾਈਮ ਦਾ 14 ਤੋਂ 15 ਕਿਲੋ, 12 ਤੋਂ 14 ਕਿਲੋ ਦੁੱਧ ਹੁੰਦਾ ਇੱਕ ਦਾ। ਠੀਕ ਹੈ। ਇਹਨਾਂ ਦੇ ਵਿੱਚ ਉਹ ਵੀ ਜਾਨਵਰ ਹੈਗੇ ਨੇ ਜਿਹੜੇ ਘੱਟ ਦੁੱਧ ਦਿੰਦੇ ਨੇ, ਜਿਨ੍ਹਾਂ ਨੂੰ ਸੂਆਂ ਨੂੰ ਜ਼ਿਆਦਾ ਦੇਰ ਹੋ ਗਈ ਹੈ, ਬੱਚੇ ਵੱਡੇ ਹੋ ਗਏ ਨੇ। ਠੀਕ ਹੈ। ਸਹੀ। ਤੇ 2 ਟਾਈਮ ਕੱਢਦੇ ਹੋ ਤੁਸੀਂ? 2 ਟਾਈਮ ਕੱਢਦੇ ਹਾਂ ਅਸੀਂ, ਸਵੇਰ ਵੀ 4 ਵਜੇ ਤੇ ਸ਼ਾਮੀ ਵੀ 4 ਵਜੇ। ਖਾਣਾ ਕਿੰਨੇ ਟਾਈਮ ਖਾਂਦੀ ਹੈ? ਠੀਕ ਹੈ। ਖਾਣਾ ਇਹਨਾਂ ਦਾ ਸਾਰਾ ਦਿਨ ਹੀ ਹੈ। ਸਾਰਾ ਦਿਨ? ਸਾਰਾ ਦਿਨ। ਤੁਸੀਂ ਜਿਹੜਾ ਦੁੱਧ ਕੱਢਣ ਦਾ ਜਿਹੜਾ ਟਾਈਮ ਹੈ ਉਹ ਕਿੰਨਾ ਕੁ ਲਾ ਲੈਂਦੇ ਹੋ ਸਾਰੀਆਂ ਜਿੰਨੀਆਂ? ਸਰ ਮੈਕਸਿਮਮ ਜਿਹੜਾ ਨਾ ਸਾਰੇ ਜਾਨਵਰ ਚੋਣ ਦੇ ਨਾਲ ਸਰਕਾਰ ਸਾਡੇ ਕੋਲ 2.5 ਤੋਂ 3 ਘੰਟੇ ਦਾ ਟਾਈਮ ਲੱਗਦਾ ਹੈ। ਅੱਛਾ। ਠੀਕ ਹੋ ਗਿਆ। ਸਵੇਰ 4 ਵਜੇ ਲੱਗਦੇ ਆ, ਪੌਣੇ 7 ਵਜੇ ਅਸੀਂ ਫ੍ਰੀ ਹੋ ਜਾਂਦੇ ਆ ਚੋ ਕੇ। ਉਸ ਤੋਂ ਬਾਅਦ ਫਿਰ ਮੈਂ ਸਪਲਾਈ ਤੇ ਜਾਣਾ ਹੈ, ਮੁੰਡਿਆਂ ਨੇ ਪੱਠੇ ਲਿਆਣੇ ਨੇ, ਪੱਠੇ ਲਿਆ ਕੇ ਜਨਾਬ ਮੇਰੀ ਉਹਨਾਂ ਨੇ ਲਿਆ ਕੇ ਇਹਨਾਂ ਨੂੰ ਪਾਣੇ ਨੇ। ਅੱਛਾ, ਤੁਸੀਂ ਪਾਣੀ ਨਹੀਂ ਪਾਉਂਦੇ ਦੁੱਧ 'ਚ? ਨਹੀਂ। ਕਿਉਂ, ਕੀ ਵਜ੍ਹਾ? ਪਾਣੀ ਜਿਹੜਾ ਅਸੀਂ ਪਾਣਾ ਹੈ ਉਹ ਜਨਾਬ ਮੇਰੀ ਸਸਤੇ ਦੁੱਧ ਦੇ ਵਿੱਚ ਪਾਣਾ ਹੈ। ਅੱਛਾ। ਜਿਹੜਾ ਅਸੀਂ ਕਸਟਮਰ ਵੇਖੋ ਨਾ, ਹੁਣ ਖਾਲਸ ਦੁੱਧ ਤੁਸੀਂ ਆਏ ਹੋ, ਸਾਡੀ ਮਿਹਨਤ ਦੇਖੀ ਅਸੀਂ ਕਿਹੜੇ ਟਾਈਮ ਦੇ ਉੱਠੇ ਆ। ਹਾਂ। ਠੀਕ ਹੋ ਗਿਆ। ਬਿਲਕੁਲ। ਇੰਨੀ ਮਿਹਨਤ ਨੂੰ 5-5 6-6 ਲੱਖ ਰੁਪਏ ਦੀ ਇੱਕ ਮੱਝ ਲਈ ਹੈ। ਹਾਂ। ਠੀਕ ਹੈ। ਅਸੀਂ 5 ਬੰਦੇ ਫਾਇ ਲੱਗੇ ਆ, ਕੰਮ ਕਰ ਰਹੇ ਆ ਸਾਰਾ ਦਿਨ। ਬਿਲਕੁਲ। ਠੀਕ ਹੈ। ਇਹਨਾਂ ਦੇ ਖਰਚੇ, ਇਹਨਾਂ ਦੀਆਂ ਦਿਹਾੜੀਆਂ, ਇਹਨਾਂ ਦੇ ਸਾਰੇ ਮਾਮਲਾਤ, ਸਾਡੇ ਮੋਟਰਸਾਈਕਲਾਂ ਦੇ ਖਰਚੇ, ਬੱਤੀ ਦੇ ਬਿੱਲ, ਸਾਰਾ ਦਿਨ ਇਹ ਮੱਝਾਂ ਨੇ ਦਿਹਾੜੀ 'ਚ 2 ਦਫਾ ਨਹਾਣਾ ਹੈ। ਆ ਹੁਣ ਫੇਰ ਨਹਾਣਾ, ਘੰਟਾ 2 ਮੋਟਰਾਂ ਚੱਲਣੀ ਹੈ, ਉਸ ਤੋਂ ਬਾਅਦ ਦੁਪਹਿਰ ਨੂੰ ਫੇਰ। ਠੀਕ ਹੋ ਗਿਆ। ਤੇ ਜਨਾਬ ਕੋਸ਼ਿਸ਼ ਇਹ ਕਸਟਮਰ ਨੂੰ ਕਰਨੀ ਚਾਹੀਦੀ ਹੈ ਕਿ ਦੁੱਧ ਪੀਵੇ ਖਾਲਸ। ਠੀਕ ਹੈ। ਖਾਲਸ ਕਿੰਜ ਪੀਵੇ? ਉਹਨਾਂ ਨੂੰ ਖਾਲਸ ਜਨਾਬ ਗਾਰੰਟੀ ਇਸ ਚੀਜ਼ ਦੀ ਹੈ। ਲੋਕ ਕਹਿੰਦੇ ਅਸੀਂ ਲੈਣ ਜਾਂਦੇ ਆ ਤੇ ਉਹ ਕਹਿੰਦੇ ਜੀ ਖਤਮ ਹੋ ਗਿਆ ਸਾਡੇ। ਨਹੀਂ, ਫਿਰ ਇੱਕ ਟਾਈਮ ਹੁੰਦਾ ਨਾ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ। ਦੇਖੋ ਪੱਕੇ ਨਹੀਂ ਗਏ, ਪੱਕੇ ਮੰਥਲੀ ਨਹੀਂ ਚੱਲ ਰਹੇ। ਜਿਹੜਾ ਪਹਿਲੇ ਆ ਗਿਆ ਲੈ ਗਿਆ ਇੰਜ। ਸਰ ਗੱਲ ਇਹ ਵੇ ਕਿ ਜਿਹੜੇ ਪੱਕੇ ਲੱਗੇ ਨੇ ਉਹਨਾਂ ਦੇ ਘਰ ਪਹੁੰਚਦਾ ਦੁੱਧ। ਹਾਂ, ਤੇ ਐਕਸਟਰਾ ਕਿਸੇ ਨੇ ਨਵਾਂ ਆਣਾ ਤਾਂ ਉਹ ਜਿਹੜਾ ਨਵਾਂ ਆਏਗਾ ਅੱਲਾ ਖੈਰ ਕਰੇਗਾ, ਜਿਹੜਾ 2-3 ਕਿਲੋ ਦਾ ਕਸਟਮਰ ਆਏਗਾ ਉਹਨੂੰ ਅਸੀਂ ਮੈਨੇਜਮੈਂਟ ਕਰਕੇ ਜਨਾਬ ਮੇਰੀ ਚਾਚੇ ਨੂੰ ਭੇਜਣਾ, ਚਾਚੇ ਨੇ ਜਾ ਕੇ ਮੱਝ ਲੈ ਆਣੀ। ਅੱਛਾ, ਸਹੀ ਹੋ ਗਿਆ। ਤਾਂ ਇਹ ਦੱਸੋ ਕਿ ਤੁਸੀਂ ਸਿਰਫ ਘਰਾਂ 'ਚ ਦੇ ਰਹੇ ਹੋ ਜਾਂ ਦੁਕਾਨਾਂ ਤੇ ਵੀ ਦੇ ਰਹੇ ਹੋ ਜਾ ਕੇ? ਨਹੀਂ, ਅਸੀਂ ਘਰਾਂ ਦੇ ਵਿੱਚ ਸਿਰਫ ਘਰਾਂ 'ਚ ਆਪ ਜਾ ਕੇ ਦਿੰਦੇ ਹੋ? ਤੇ ਕਸਟਮਰ ਆਪ ਜਾ ਕੇ ਦਿੰਦੇ ਆ। ਕਸਟਮਰ ਆਪ ਵੀ ਆਉਂਦੇ ਨੇ, ਸਵੇਰ ਤੁਹਾਡੇ ਕੋਲ ਆਏ ਨੇ ਮੋਟਰਸਾਈਕਲ ਤੇ, ਹੋਰ ਵੀ ਆਉਂਦੇ ਨੇ, ਰਾਤ ਨੂੰ ਵੀ ਇੱਥੇ ਆਉਂਦੇ ਨੇ, ਕਸਟਮਰ ਲੈ ਕੇ ਜਾਂਦੇ ਨੇ। ਚੱਲ ਜਰਾ ਸੁੱਕੀ ਥਾਂ ਤੇ ਉੱਠ ਪੋ ਸ਼ੱਬੋ। ਆ ਸ਼ੱਬੋ, ਤੇਰੇ ਦੇ ਵੀ ਬੜੀਆਂ ਆਸਾਂ ਮੀਂਦਾਂ ਨੇ। ਅੱਛਾ, ਇਹ ਦੱਸੋ ਕਿ ਇਹਦੇ 'ਚ ਸਾਈਜ਼ ਕਿੰਨੇ ਹੁੰਦੇ ਨੇ ਤੇ ਕਿੰਨਾ ਦੁੱਧ ਆ ਜਾਂਦਾ? ਇਹ ਜਿਹੜਾ ਕੈਨ ਅਸੀਂ ਹੁਣ ਇਹ ਸਰ ਇਹਗਾ 40 ਕਿਲੋ ਦਾ ਬਰਤਨ। 40 ਕਿਲੋ ਦਾ। ਇਹਦੇ ਵਿੱਚ 50 ਕਿਲੋ ਦਾ ਸਾਈਜ਼ ਵੀ ਹੁੰਦਾ, 46 ਕਿਲੋ ਦਾ ਸਾਈਜ਼ ਵੀ ਹੁੰਦਾ, 30 ਕਿਲੋ ਦਾ ਸਾਈਜ਼ ਵੀ ਹੁੰਦਾ। ਇਹ ਬਣਦੇ ਨੇ ਆਰਡਰ ਤੇ। ਓਕੇ। ਅੱਛਾ, ਇਹ ਆਰਡਰ ਤੇ ਬਣਦੇ ਨੇ, ਮਤਲਬ ਬਣੇ ਆਰਡਰ ਤੇ ਨਹੀਂ, ਬਣੇ ਨਹੀਂ। ਬਣੇ ਜਿਹੜੇ ਨੇ ਉਹ ਲੋਕਲ ਹੁੰਦੇ ਨੇ। ਸਹੀ ਹੈ। ਉਹ ਡਿੱਗ ਪਿਆ ਬਰਤਨ ਨੂੰ, ਚਿੱਬ ਪੈ ਗਿਆ, ਉਹ ਕਿਸੇ ਕਾਰ ਆਮਦ ਨਹੀਂ। ਇਹ ਆਰਡਰ ਤੇ ਬਣਿਆ ਬਰਤਨ, ਜਿੰਨੇ ਕਿਲੋ ਦਾ ਕਹੋਗੇ ਉਹਨੇ ਕਿਲੋ ਦਾ ਹੀ ਬਣ ਜਾਂਦਾ ਹੈ। ਸਹੀ ਹੈ। ਤੇ ਮੋਟਰਸਾਈਕਲ ਤੇ 2 ਸਾਈਡ ਤੇ ਲਟਕਾਈ ਜਾਂਦੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਮੋਟਰਸਾਈਕਲ ਤੇ 50-50 ਕਿਲੋ ਦੇ 2 ਸਾਈਡ ਤੇ 100 ਕਿਲੋ ਦੁੱਧ ਲੈ ਕੇ ਜਾਂਦੇ ਹੋ ਇੱਕ ਫੇਰੇ 'ਚ? ਨਹੀਂ ਜਨਾਬ, 50-50 ਕਿਲੋ ਦੇ ਅੱਗੇ ਹੁੰਦੇ ਨੇ, ਮੋਟਰਸਾਈਕਲ ਦੇ ਪਿੱਛੇ ਕੁੰਡੇ ਲੱਗੇ ਨੇ। ਹਾਂ, ਉਹ ਹੋਰ ਹੁੰਦੇ ਨੇ। 30-30 ਕਿਲੋ ਦੇ ਪਿੱਛੇ ਬਰਤਨ ਲਟਕਾਏ ਹੁੰਦੇ ਨੇ, 30-30 ਕਿਲੋ ਦੇ। ਟੋਟਲ ਕਿੰਨਾ ਦੁੱਧ ਲੈ ਕੇ ਜਾਂਦੇ ਹੋ? ਤਕਰੀਬਨ ਟੋਟਲ ਦੁੱਧ 160 ਲੀਟਰ ਹੁੰਦਾ ਹੈ। 160 ਲੀਟਰ ਇੱਕ ਫੇਰੇ 'ਚ? ਇੱਕ ਫੇਰੇ 'ਚ। ਤੁਸੀਂ ਐਸਟੀਮੇਟ ਲੈ ਕੇ ਦੀ ਕਿ ਰੋਜ਼ਾਨਾ ਤੁਸੀਂ ਸਵੇਰ ਦੇ ਟਾਈਮ ਕਿੰਨਾ ਦੁੱਧ ਦੇ ਕੇ ਆਉਂਦੇ ਹੋ? 35 ਜਿਹੜੀ ਤੁਸੀਂ ਦੱਸ ਰਹੇ ਹੋ ਭੈਂਸਾਂ, ਗਾਂ ਭੈਂਸਾਂ ਹੈਗੀਆਂ ਤੁਹਾਡੇ ਕੋਲ, ਸਵੇਰ ਟਾਈਮ ਕਿੰਨਾ ਦੇ ਕੇ ਆਉਂਦੇ ਹੋ ਤੇ ਸ਼ਾਮ ਟਾਈਮ ਕਿੰਨਾ ਦੇ ਕੇ ਆਉਂਦੇ ਹੋ? ਸਾਰੇ ਕਸਟਮਰ ਇੱਕ ਹੀ ਹੁੰਦੇ ਨੇ ਕਿ ਡਿਫਰੈਂਟ ਹੁੰਦੇ ਸਵੇਰ ਸ਼ਾਮ ਵਾਲੇ? ਸਰ ਜੀ ਗੱਲ ਇਹ ਵੇ ਕਿ ਸਵੇਰ ਦੀ ਨਿਸਬਤ ਸ਼ਾਮ 'ਚ ਦੁੱਧ ਘੱਟ ਹੁੰਦਾ ਹੈ, ਕਿਉਂਕਿ ਦਿਨ ਛੋਟੇ ਨੇ। ਰਾਈਟ। ਸਰਦੀਆਂ ਦੇ ਦਿਨ ਛੋਟੇ ਨੇ। ਹੁਣ ਸਵੇਰ 7 ਵਜੇ ਜਾਂਦੇ ਨੇ ਚੋਂਦੇ, ਸ਼ਾਮ ਨੂੰ ਅੱਧਾ ਪੌਣਾ ਘੰਟਾ ਪਹਿਲੇ ਲੱਗਦੇ ਆ ਚੋਣ ਵਾਸਤੇ। ਠੀਕ ਹੋ ਗਿਆ। ਤੇ ਤਕਰੀਬਨ 140 45 50 ਕਿਲੋ ਸਵੇਰ ਨੂੰ ਦੁੱਧ ਹੋ ਜਾਂਦਾ ਹੈ, 125 30 ਸ਼ਾਮ ਨੂੰ ਹੋ ਜਾਂਦਾ ਹੈ। ਸਹੀ ਹੈ। ਠੀਕ ਹੋ ਗਿਆ।
ਤੇ ਉਸ ਤੋਂ ਬਾਅਦ ਇਹ ਸਾਰਾ ਕਸਟਮਰ ਜਿਹੜੇ ਸਵੇਰ ਦੇ ਨੇ ਉਹ ਲਹਿਦਾ ਨੇ, ਰਾਤ ਵਾਲੇ ਜਿਹੜੇ ਨੇ ਉਹ ਲਹਿਦਾ ਨੇ। ਅੱਛਾ, ਘਰ ਕਿਦੋਂ ਜਾਂਦੇ ਹੋ? ਘਰ ਅਸੀਂ ਜਨਾਬ ਮੇਰੀ ਰਾਤ ਨੂੰ ਵਿਹਲੇ ਹੋ ਕੇ 11:30 12 ਵਜੇ ਘਰ ਪਹੁੰਚਣਾ ਹੈ। ਅੱਛਾ ਠੀਕ ਹੈ, ਉਸ ਤੋਂ ਬਾਅਦ ਖਾਣਾ ਛਾਣਾ ਖਾਣਾ ਹੈ, ਕੋਈ 10 ਮਿੰਟ ਚਹਿਲ ਕਦਮੀ ਕਰਨੀ ਹੈ, ਉਸ ਤੋਂ ਬਾਅਦ ਅਸੀਂ ਸੌਂ ਜਾਣਾ। ਸੌਂਦੇ ਇੱਥੇ ਹੀ ਆ ਗਏ ਹੋ? ਸੌਣਾ ਅਸੀਂ ਇੱਥੇ ਆ ਗਏ, ਇੱਥੇ ਹੀ ਸੌਣਾ ਹੈ? ਇੱਥੇ ਹੀ ਸੌਣਾ, ਸੋ ਉੱਠਣਾ ਵੀ ਇੱਥੇ, ਸੌਣਾ ਵੀ ਇੱਥੇ, ਸੌਣਾ ਵੀ ਇੱਥੇ, ਉੱਠਣਾ ਵੀ ਇੱਥੇ, ਕੰਮ ਵੀ ਇੱਥੇ। ਤੁਹਾਡੀ ਫੈਮਿਲੀ ਤੇ ਘਰ ਜਾਣਾ ਹੈ, ਘਰ ਤੇ ਤੁਹਾਡਾ ਹੀ ਹੋ ਗਿਆ। ਘਰ ਤੇ ਹੈ ਇਹ, ਬਿਲਕੁਲ ਜੀ ਘਰ ਹੈ ਇਹ। ਉੱਥੇ ਤੁਸੀਂ ਮਹਿਮਾਨ ਹੋ ਜਿੱਥੇ ਤੁਸੀਂ ਰਹਿੰਦੇ ਹੋ। ਘਰ ਤੇ ਹੀ ਪ੍ਰਾਹੁਣੇ ਤਰ੍ਹਾਂ ਜਾਂਦੇ ਆ ਕਿਸਮਤ ਨਾਲ। ਜਿਸ ਤਰ੍ਹਾਂ ਤੁਸੀਂ ਕੰਮ ਦੱਸ ਰਹੇ ਹੋ, ਇਹ ਦੁੱਧ ਦਾ ਜਿਹੜਾ ਕੰਮ ਹੈਗਾ, ਈਦ ਆਈਏ, ਛੁੱਟੀ ਦਾ ਦਿਨ ਆਈਏ, ਇਤਵਾਰ ਆ ਜਾਏ, ਕੁਛ ਵੀ ਕੋਈ ਵੀ ਦਿਨ ਆ ਇਹਦੀ ਜਾਏ, ਸਰ ਸਭ ਤੋਂ ਵੱਡੀ ਗੱਲ ਇਹ ਵੇ ਕਿ ਘਰ ਦੇ ਵਿੱਚ ਫੌਤਗੀ ਵੀ ਹੋਈ ਹੋਵੇ ਨਾ, ਤੇ ਦੁੱਧ ਜਿਹੜਾ ਹੈ ਨਾ, ਦੁੱਧ ਇਹ ਕਸਟਮਰਾਂ ਤੱਕ ਪਹੁੰਚਾਣਾ ਹੀ ਪਹੁੰਚਾਣਾ ਹੈ। ਪਹੁੰਚਾਣਾ ਸਹੀ ਹੋ ਗਿਆ। ਇਹ ਬੜੀ ਪਾਬੰਦੀ ਦੀ ਜ਼ਿੰਮੇਵਾਰੀ ਹੈ। ਛੁੱਟੀ ਨਹੀਂ, 365 ਛੁੱਟੀ ਇੱਕ 11ਵੀਂ ਦੀ ਹੈ। ਅੱਛਾ, 11 ਮਹੀਨੇ 'ਚ ਇੱਕ ਦਿਨ 11ਵੀਂ ਦੀ ਛੁੱਟੀ ਹੁੰਦੀ ਹੈ, ਉਸ ਤੋਂ ਬਾਅਦ ਕੋਈ ਛੁੱਟੀ ਨਹੀਂ ਹੈ। ਰੈਗੂਲਰਲੀ ਇਹੀ ਕੰਮ ਦਿਨ ਰਾਤ ਇਹੀ ਚੱਲ ਰਿਹਾ। ਮੈਂ ਤੁਹਾਡੇ ਡੇਰੇ ਤੇ ਵੇਖ ਰਿਹਾ, ਜਿੰਨਾ ਵੀ ਗੋਬਰ ਆਉਂਦਾ ਹੈ, ਹਾਂ ਤੁਸੀਂ ਦੀਵਾਰਾਂ ਤੇ ਲਾਇਆ ਹੈ, ਇਹ ਬੇਸਿਕਲੀ ਇਹ ਕੀ, ਇਹਦਾ ਕੀ ਕੰਮ ਹੁੰਦਾ ਹੈ ਅੱਜ ਦੇ ਦੌਰ 'ਚ? ਜਦੀਦ ਦੌਰ ਹੈ, ਅੱਜ ਵੀ ਇਹਦਾ ਕੰਮ ਹੋ ਰਿਹਾ ਵੀ ਸਰ। ਇਹਦਾ ਬੜਾ ਵੱਡਾ ਇੱਕ ਬੈਨੀਫਿਟ ਹੈ ਸਾਨੂੰ। ਹਾਂਜੀ, ਉਹਦੀ ਵਜ੍ਹਾ ਪਤਾ ਹੀ ਕੀ ਹੈ? ਇੱਕ ਤੇ ਰਾਤ ਨੂੰ ਚਲੀ ਜਾਂਦੀ ਗੈਸ, ਰਾਈਟ, ਠੀਕ ਹੋ ਗਿਆ 9 ਵਜੇ ਤੋਂ ਬਾਅਦ। ਸਹੀ ਹੈ। ਗੈਸ ਜਾਣ ਤੋਂ ਬਾਅਦ ਸਾਨੂੰ ਇਹ ਕੋਈ ਸਾਡਾ ਮਹਿਮਾਨ ਆ ਗਿਆ, ਕੋਈ ਸਾਡੇ ਘਰ ਦੇ ਅਜ਼ੀਜ਼ ਨੇ ਚਾਹ ਪੀਣੀ ਹੈ ਜਨਾਬ, ਮੇਰੀ ਉਸ ਵੇਲੇ ਅੱਗ ਬਾਲਣੀ ਹੈ, ਚਾਹ ਬਣਾ ਲੈਣੀ ਹੈ। ਕੋਈ ਲੇਟ, ਜਿਵੇਂ ਮੈਂ ਹੁਣ 11 12 ਵਜੇ ਦੁੱਧ ਦੇ ਕੇ ਆਣਾ ਵਾ, ਠੀਕ ਹੈ, ਮੈਂ ਬਾਹਰੋਂ ਖਾਣਾ ਨਹੀਂ ਖਾਦਾ, ਮੈਂ ਆਇਆ ਵਾਂ, ਖਾਣਾ ਬਣਾਓ ਜੀ। ਉਹਨਾਂ ਅੱਗ ਬਾਲਣੀ ਹੈ, ਰੋਟੀ ਬਣਾ ਕੇ ਮੈਨੂੰ ਤਾਜ਼ੀ ਦੇ ਦੇਣੀ ਹੈ। ਅੱਛਾ, ਉਸ ਤੋਂ ਬਾਅਦ ਇਹ ਜਿਹੜੀ ਹੈ, ਇਹਦੇ ਵਿੱਚ ਅਸੀਂ ਗਰਮੀਆਂ ਦੇ ਵਿੱਚ ਜਾ ਕੇ, ਸਰਦੀਆਂ ਤੰਦੂਰੀ ਸਾਨੂੰ ਕੰਮ ਦਿੰਦੀ ਹੈ। ਇਹ ਦੱਸੋ ਕਿ ਤੁਸੀਂ ਹੁਣ ਇਸ ਕੰਮ 'ਚ ਕਿੰਨਾ ਕੁ ਕਮਾ ਲੈਂਦੇ ਹੋ? ਆਪਣੇ ਘਰ ਦੇ ਜਿਹੜੇ ਖਰਚੇ ਤੁਹਾਡੇ ਨੇ ਉਹ ਮਾਸ਼ਾਅੱਲਾ ਖੁੱਲੇ ਪੂਰੇ ਕਰ ਲੈਂਦੇ ਹੋ ਜਿਸ ਤਰ੍ਹਾਂ ਮਰਜ਼ੀ, ਕਿਉਂਕਿ ਮਿਹਨਤ ਜਿਸ ਤਰ੍ਹਾਂ ਤੁਸੀਂ ਕਰ, ਤੁਸੀਂ ਘਰ ਜਾਂਦੇ ਹੀ ਨਹੀਂ ਹੈ 24 ਸਰ ਘੰਟੇ। ਨਹੀਂ, ਕਿਸੇ ਟਾਈਮ ਕਿਸੇ ਮਹੀਨੇ ਸਾਡੇ ਵੀ ਹੱਥ ਤੰਗ ਹੋ ਜਾਂਦੇ ਨੇ, ਡੰਗਰ ਦੁੱਧ ਘੱਟ ਦਿੰਦੇ ਨੇ, ਇਹਨਾਂ ਦੇ ਖਰਚੇ ਉਹੀ ਨੇ, ਹਾਂ, ਵਧਨੇ ਨੇ, ਸਹੀ ਹੈ, ਸਾਡੇ ਵੀ ਖਰਚੇ ਵਧਨੇ ਨੇ। ਆਮਦਨੀ ਦੇ ਵਿੱਚ ਕਿਸੇ ਟਾਈਮ ਫਰਕ ਪੈ ਜਾਂਦਾ ਹੁੰਦਾ ਹੈ, ਕਿਸੇ ਟਾਈਮ ਹੱਥ ਟੈਟ ਹੋ ਜਾਂਦਾ ਹੈ। ਜ਼ਰੂਰੀ ਇਹ ਨਹੀਂ ਕਿ ਸਾਡੇ 12 ਮਹੀਨੇ ਬੱਧੇ ਰੁੱਧੀ ਕਮਾਈ ਆਣੀ, ਨਹੀਂ। ਸਹੀ, ਇਹ 6-7 ਮਹੀਨੇ ਦੁੱਧ ਦਿੰਦੀਆਂ ਨੇ, ਉਸ ਤੋਂ ਬਾਅਦ ਇਹਨਾਂ ਨੇ ਪੱਲਿਓਂ ਹੀ ਖਾਣਾ ਸਾਨੂੰ। ਅੱਛਾ, ਠੀਕ ਹੋ ਇੱਕ ਗਿਆ। ਮੱਝ 6 ਮਹੀਨੇ ਬਸ ਦੁੱਧ ਦਿੰਦੀ ਹੈ, 6-7 ਮਹੀਨੇ ਸਹੀ ਲੈਵਲ ਐਵਰੇਜ ਤੱਕ ਦੁੱਧ ਉਸ ਤੋਂ ਬਾਅਦ ਦਿੰਦੀ। ਘੱਟ ਹੋ ਜਾਂਦਾ ਹੈ। ਉਸ ਤੋਂ ਬਾਅਦ ਕਿਲੋ ਦੇ ਦਿੱਤਾ, 1.5 ਕਿਲੋ ਦੇ ਦਿੱਤਾ, ਨਹੀਂ ਅੱਛਾ। ਮਿਲੀ ਛੱਡ ਦਿਓ ਇਹਨੂੰ। ਬਦਲਦੇ ਰਹਿੰਦੇ ਹੋ ਫਿਰ? ਫਿਰ ਨਵੀਆਂ ਪੁਰਾਣੀਆਂ ਹੁੰਦੀਆਂ ਰਹਿੰਦੀਆਂ। ਜਿਸ ਮੱਝ ਦਾ ਜਾਂ ਗਾਂ ਭੈਂਸ ਦਾ ਬਛੜਾ ਦੁੱਧ ਪੀ ਰਿਹਾ ਹੈ, ਹਾਂ, ਉਹਨਾਂ ਤੁਸੀਂ ਨਹੀਂ ਕੱਢਦੇ ਜਾਂ ਕੱਢਦੇ ਹੁੰਦਾ ਵੀ? ਨਹੀਂ ਕੱਢਦੇ ਆ। ਕਿੰਨਾ ਕੁ ਪੀ ਲੈਂਦਾ ਬਛੜਾ? 2 ਥਣ ਬੱਚਾ ਪੀਂਦਾ ਹੈ, ਅੱਛਾ, ਸਵੇਰ ਨੂੰ 2 ਥਣ, ਸ਼ਾਮ ਨੂੰ ਪੀਂਦਾ 2 ਥਣਾਂ ਚੋਂ ਦੁੱਧ ਅਸੀਂ ਕੱਢਣਾ ਹੈ। ਰਾਈਟ, ਉਹ 4 ਕਿਲੋ ਨਿਕਲਾ, ਉਹ 3 ਕਿਲੋ ਨਿਕਲਾ, ਉਹ 5 ਕਿਲੋ ਨਿਕਲਾ। ਜਿਵੇਂ ਜਿਵੇਂ ਬੱਚੇ ਨੇ ਵੱਡਾ ਹੋਣਾ, ਉਹਨੇ ਪੱਠੇ ਵੰਡ ਤੇ ਲੱਗ ਜਾਣਾ, ਉਹਨੂੰ ਫਿਰ ਦੁੱਧ ਥੋੜਾ ਚੰਗਾਣਾ ਹੈ। ਉਨੀ ਦੇਰ ਨੂੰ ਮੱਝ ਵੀ ਦੁੱਧ ਘਟਾ ਦੇਣਾ ਸ਼ੁਰੂ ਕਰ ਦਿੰਦੀ ਹੈ, ਖੰਘੜ ਹੋਣਾ ਸ਼ੁਰੂ ਹੋ ਜਾਂਦੀ ਹੈ। ਉਹ ਇਹ ਹਿਸਾਬ ਹੈ। ਠੀਕ ਹੈ। ਇਹ ਬਿਮਾਰ ਵੀ ਹੋ ਜਾਂਦੀਆਂ ਨੇ, ਇਹਨਾਂ ਦੀ ਸਿਹਤ ਵਾਸਤੇ, ਦੇਖਭਾਲ ਵਾਸਤੇ ਤੁਸੀਂ ਕੋਈ ਇੰਜੈਕਸ਼ਨ? ਜਨਾਬ ਮੇਰੀ ਡਾਕਟਰ ਨੂੰ ਫੋਨ ਕਰੀ ਤਾਂ ਦਸਤੀ ਡਾਕਟਰ ਆਂਦਾ, ਇੱਥੇ ਉਹ ਮਿਲ ਜਾਂਦੇ ਨੇ ਆਰਾਮ ਨਾਲ? ਆਰਾਮ ਨਾਲ ਮਿਲ ਜਾਂਦੇ ਨੇ ਡਾਕਟਰ। ਹਾਂ, ਲਾਹੌਰ ਦੇ ਵਿੱਚ ਬੈਠੇ ਆ, ਈਜ਼ੀਲੀ ਡਾਕਟਰ ਮਿਲ ਜਾਂਦੇ ਨੇ ਜਨਾਬ। ਰਾਤ 12 ਵਜੇ ਫੋਨ ਕਰੋ, ਉਸੇ ਵਕਤ ਡਾਕਟਰ 15 ਮਿੰਟਾਂ ਬਾਅਦ ਡਾਕਟਰ ਹਾਜ਼ਰ ਹੋ ਜਾਂਦਾ। ਕਿਸ ਤਰ੍ਹਾਂ ਦੀ ਬਿਮਾਰੀਆਂ ਇਹਨਾਂ ਨੂੰ ਲੱਗਦੀਆਂ ਜਾਂ ਮਸਲੇ ਹੁੰਦੇ ਨੇ? ਇਹਨਾਂ ਨੂੰ ਸਰ ਕੋਈ ਏਡੀ ਖਾਸ ਬਿਮਾਰੀ ਨਹੀਂ, ਇਹ ਮੂੰਹ ਖੁਰ ਆ ਜਾਏਗਾ, ਜਿਹਦੇ ਨਾਲ ਇਹਨਾਂ ਦੇ ਪੈਰ ਸੁੱਜ ਜਾਣਗੇ, ਇਹਨਾਂ ਤੋਂ ਟੁਰਨਾ ਪਰੇਸ਼ਾਨੀ ਹੋਏਗੀ, ਤੰਗੀ ਹੋਏਗੀ। ਠੀਕ ਹੋ ਗਿਆ। ਬਸ ਇਹ ਹੁੰਦਾ ਜਾਂ ਕਿਸੇ ਟਾਈਮ ਬੁੱਲਾ ਲੱਗ ਗਿਆ, ਕੰਨ ਠੰਡੇ ਹੋ ਗਿਆ, ਪਿੰਡਾ ਗਰਮ ਹੋ ਗਿਆ, ਉਹਨਾਂ ਨੂੰ ਫਿਰ ਘਰ ਹੀ ਗੁੜ ਦਾ ਤੇ ਵੱਡੀ ਇਲਾਚੀ ਦਾ ਕਾੜਾ ਬਣਾ ਕੇ ਦੇ ਦਿੱਤਾ, ਠੀਕ ਹੋ ਜਾਂਦੀ। ਸਾਡੇ ਵੇਖਣ ਵਾਲੇ ਨਾਜ਼ਰੀਨ ਨੇ ਜਿਹੜਾ ਇਹ ਬਿਜ਼ਨਸ ਕਰਨਾ ਚਾਹੁੰਦੇ ਨੇ, ਜੇ ਨਵੇਂ ਨੇ, ਤੁਸੀਂ ਤਾਂ ਖਾਨਦਾਨੀ ਕਰ ਰਹੇ ਹੋ ਨਾ, ਜੀ ਜੀ, ਤੇ ਕਿੰਨੀ ਇਨਵੈਸਟਮੈਂਟ ਹੋ ਸਕਦਾ ਹੈ? ਕਿੰਨੀਆਂ ਗਾਈਆਂ ਭੈਂਸਾਂ ਘੱਟ ਤੋਂ ਘੱਟ ਲੈ ਕੇ ਆਣ, ਤੇ ਕੰਮ ਕਿਸ ਤਰ੍ਹਾਂ ਕਰਨ? ਮੁਨਾਫਾ, ਸਖਤ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ। ਇਹ ਸਰ ਜੀ ਸਭ ਤੋਂ ਪਹਿਲੇ ਨੰਬਰ ਤੇ ਤਾਂ ਗੱਲ ਇਹ ਦੇਖੋ ਕਿ ਜਿਹੜੀ ਅੱਜ ਭੈਂਸ ਹੈ ਜਾਂ ਗਾਇ ਹੈ ਨਾ, ਅੱਛੀ ਜਿਹਨੇ ਸ਼ੌਕ ਨਾਲ ਕਰਨਾ ਕੰਮ, 5 ਲੱਖ ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ, ਠੀਕ ਹੋ ਗਿਆ। ਘੱਟ ਤੋਂ ਘੱਟ ਕਿੰਨੀ ਚਾਹੀਦੀ ਹੈ? ਘੱਟ ਤੋਂ ਘੱਟ ਜਿਹੜਾ ਨਾ, ਘੱਟ ਤੋਂ ਘੱਟ ਬਿਜ਼ਨਸ ਇੱਕ ਦਾ ਵੀ ਹੋ ਜਾਂਦਾ ਹੈ। ਬਾਕੀ ਜੇ ਬਿਜ਼ਨਸ ਕਰਕੇ ਕਰੇ ਤੇ ਫਿਰ ਘੱਟੋ ਘੱਟ ਜਿਹੜਾ ਨਾ 50 ਤੋਂ 60 ਲੱਖ ਰੁਪਈਆ ਬੰਦੇ ਦੇ ਕੋਲ ਹੋਣਾ ਜ਼ਰੂਰੀ ਹੈ। ਠੀਕ ਹੈ, ਠੀਕ ਹੈ। ਨਗਦ ਪੈਸਿਆਂ ਦੀਆਂ ਪਿੱਛੋਂ ਜਾ ਕੇ ਮੱਝਾਂ ਗਾਵਾਂ ਲੈ ਕੇ ਆਵੇ, ਆ ਕੇ ਤੇ ਫਿਰ ਉਹਨਾਂ ਦਾ ਦੁੱਧ ਵੇਚੇ। ਠੀਕ ਹੈ। ਘੱਟੋ ਘੱਟ 50 ਲੱਖ ਤੋਂ ਉੱਤੇ ਤੇ ਅਮਾਉਂਟ ਹੋਣੀ ਚਾਹੀਦੀ, ਇਸ ਤੋਂ ਥੱਲੇ ਨਹੀਂ। ਇਸ ਕਾਰੋਬਾਰ 'ਚ ਮੁਨਾਫਾ ਹੀ ਮੁਨਾਫਾ ਹੈ? ਨਹੀਂ ਨਹੀਂ, ਇਹ ਤੇ ਗੱਲ ਨਹੀਂ। ਹਰ ਕਾਰੋਬਾਰ ਦਾ ਇੱਕ ਮਤਲਬ ਤਰੀਕਾ ਕਿ ਜ਼ਿਆਦਾ ਮੁਸ਼ਕਿਲ ਤੇ ਨਹੀਂ ਹੈ? ਫਾਇਦੇ ਵੀ ਨੇ, ਨੁਕਸਾਨ ਵੀ ਨੇ, ਸਮਝਦੇ ਇਸ ਚੀਜ਼ ਨੂੰ। ਉਸ ਤੋਂ ਬਾਅਦ ਹਵੇਲੀ ਬਣਾਣੀ ਹੈ, ਇਹ ਥੱਲੇ ਪੱਕੇ ਸੁਲੰਗ ਲਾਣੇ ਨੇ, ਖੁਰਲੀਆਂ ਬਣਾਉਣੀਆਂ ਨੇ, ਇਹਨਾਂ ਦੇ ਸਰਦੀਆਂ ਦਾ ਰਹਿਣ ਸਹਿਣ ਦਾ ਬੰਦੋਬਸਤ ਕਰਨਾ, ਉਹਦੇ ਤੇ ਵੀ ਖਰਚਾ ਹੋਣਾ ਹੈ। ਇਹਨਾਂ ਦੇ ਗਰਮੀਆਂ 'ਚ ਰਹਿਣ ਸਹਿਣ ਦਾ ਬੰਦੋਬਸਤ ਕਰਨਾ, ਉਹਦੇ ਤੇ ਖਰਚਾ ਹੋਣਾ। ਬਰਾਂਦਿਆਂ 'ਚ ਪੱਖੇ ਲੱਗੇ ਨੇ,
ਠੀਕ ਹੋ ਗਿਆ। ਉਸ ਤੋਂ ਬਾਅਦ ਇਹਨਾਂ ਲਈ 10 ਮਰਲੇ ਦਾ ਤਲਾਅ ਹੋਣਾ ਚਾਹੀਦਾ ਜਿਹਦੇ ਵਿੱਚ ਪਾਣੀ ਟੂਲਦਾ ਪਵੇ, ਹਾਂ। ਇਹ ਨਹਾਣ ਸਾਰਾ ਦਿਨ ਗਰਮੀਆਂ 'ਚ ਬਹਿਣ। ਓਕੇ।